ਹੈਲੋ ਡੀਅਰ ਸਟੂਡੈਂਟਸ, ਐਮ ਅਵਤਾਰ ਸਿੰਘ ਐਂਡ ਅੱਜ ਆਪਾਂ ਆਪਣੇ ਪਲੱਸ 1 ਕਲਾਸ ਦੇ 9th ਚੈਪਟਰ ਯਾਨੀ ਕਿ ਸੀਕੁਐਂਸ ਐਂਡ ਸੀਰੀਜ਼ ਦਾ 3rd ਲੈਕਚਰ ਕੰਟੀਨਿਊ ਕਰਾਂਗੇ। ਠੀਕ ਹੈ, ਸੋ ਜਿਸਨੇ ਵੀ ਚੈਪਟਰ ਨੂੰ ਹੁਣ ਸਟਾਰਟ ਕੀਤਾ ਉਹ ਪਲੀਜ਼ ਪਹਿਲਾਂ ਵਾਲੇ 2 ਲੈਕਚਰਸ ਨੂੰ ਚੰਗੇ ਤਰੀਕੇ ਦੇਖ ਲਈ ਤਾਂ ਉਸ ਨੂੰ ਇਹ ਵਾਲਾ ਲੈਕਚਰ ਕਾਫੀ ਈਜ਼ੀ ਲੱਗੇਗਾ। ਦੋਨੋਂ ਲੈਕਚਰਸ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ। ਸੋ ਆਪਾਂ ਸਟਾਰਟ ਕਰਦੇ ਹਾਂ। ਸੋ ਆਪਾਂ ਨੂੰ ਫਸਟ ਸਮ ਗਿਵਨ ਹੈ, ਇਫ ਸਮ ਆਫ p ਟਰਮਸ ਆਫ ap, ਇੱਕ AP ਸੀਰੀਜ਼ ਦਿੱਤੀ ਹੋਈ ਹੈ, ਉਸ ਦੀਆਂ p ਟਰਮਸ ਦਾ ਸਮ ਆਪਾਂ ਨੂੰ ਦਿੱਤਾ ਹੋਇਆ ਇਕੁਅਲਸ ਟੂ ਸਮ ਆਫ q ਟਰਮਸ। ਦੈਟ ਮੀਨਸ ਸਮ ਆਫ p ਟਰਮਸ ਇਜ਼ ਇਕੁਅਲਸ ਟੂ ਸਮ ਆਫ q ਟਰਮਸ। ਇਹ ਚੀਜ਼ ਦਿੱਤੀ ਹੋਈ ਹੈ, ਆਪਾਂ ਕੈਲਕੂਲੇਟ ਕਰਨਾ ਫਾਈਂਡ ਦਾ ਸਮ ਆਫ p plus q ਟਰਮਸ। ਸੋ ਆਪਾਂ ਕੈਲਕੂਲੇਟ ਕਰਨਾ ਹੈ p plus q ਟਰਮਸ ਦਾ ਸਮ। ਸੋ ਦੈਟ ਇਜ਼ sp plus q, ਇਹ ਆਪਾਂ ਕੈਲਕੂਲੇਟ ਕਰਨਾ। ਸੋ ਇਸ ਦਾ ਆਪਾਂ ਨੂੰ ਫਾਰਮੂਲਾ ਤਾਂ ਆਉਂਦਾ ਹੀ ਹੈ, ਕੀ ਹੁੰਦਾ n/2 ਬ੍ਰੈਕਟ ਦੇ ਵਿੱਚ 2a plus n-1 into d। ਸੋ ਉਹੀ ਫਾਰਮੂਲਾ ਲਗਾਉਣੇ ਆ। ਇੱਥੇ n ਦੀ ਵੈਲਿਊ ਕਿੰਨੀ ਹੈ ਆਪਣੀ p plus q। ਸੋ ਇਹ ਹੋ ਜਾਏਗਾ 2a plus p plus q minus 1 into d। ਕਲੀਅਰ? ਬਸ ਇਹਦੀ ਜਗ੍ਹਾ ਤੇ ਅੱਗੇ ਆਪਣੀ ਕੋਲੇ n ਹੁੰਦਾ ਫਾਰਮੂਲੇ ਦੇ ਵਿੱਚ। ਸੋ ਇਸ ਦੀ ਵੈਲਿਊ ਆਪਾਂ ਕੈਲਕੂਲੇਟ ਕਰਨੀ ਹੈ। ਪਹਿਲਾਂ ਆਪਾਂ a ਜਾਂ d ਦੀ ਵੈਲਿਊ ਬਣਾ ਲਈਏ ਉਧਰਲੀ ਸਾਈਡ ਤੋਂ, ਫਿਰ ਆਪਾਂ ਇੱਥੇ ਪੁੱਟ ਕਰ ਦਿਆਂਗੇ ਐਂਡ ਆਪਣਾ ਰਿਕੁਆਇਰਡ ਆਨਸਰ ਆ ਜਾਏਗਾ। ਸੋ ਆਪਾਂ ਇੱਥੋਂ ਪੁੱਟ ਕਰਦੇ ਹਾਂ। SP ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ? SP, ਸੋ ਇਸ ਨੂੰ ਆਪਾਂ ਲਿਖ ਸਕਦੇ ਹਾਂ p/2 2a plus p-1 into d। ਐਂਡ ਇਸ ਨੂੰ ਕਿੱਦਾਂ ਲਿਖ ਸਕਦੇ ਹਾਂ? q/2 2a plus q-1 into d। ਕਲੀਅਰ? ਤਾਂ ਆਪਣਾ 2 ਨਾਲ ਤਾਂ 2 ਸਿੱਧਾ ਹੀ ਚਲਾ ਜਾਏਗਾ ਐਂਡ ਜੇਕਰ ਆਪਾਂ ਇਹਨਾਂ ਨੂੰ ਮਲਟੀਪਲਾਈ ਕਰੀਏ ਅੰਦਰ ਤਾਂ ਇਹ ਹੋ ਜਾਏਗਾ 2ap, ਅਗਲਾ ਹੋ ਜਾਏਗਾ p² minus pd is equals to 2aq plus q² minus qd। ਇਹੀ ਚੀਜ਼ ਹੋ ਜਾਏਗੀ। ਸੋ ਹੁਣ ਆਪਾਂ ਇਦਾਂ ਕਰਦੇ ਹਾਂ, ਸਾਰੀਆਂ ਟਰਮਸ ਨੂੰ ਇੱਕ ਸਾਈਡ ਕਰ ਲੈਂਦੇ ਹਾਂ। ਜੇ ਸਾਰੀਆਂ ਟਰਮਸ ਇੱਕ ਸਾਈਡ ਕਰਦੇ ਹਾਂ ਤਾਂ ਇਹ ਚੀਜ਼ ਕੀ ਹੋ ਜਾਏਗੀ ਆਪਣੇ ਕੋਲੇ ਮਾਈਨਸ। ਠੀਕ ਹੈ, ਐਂਡ ਇਹ ਕੀ ਹੋ ਜਾਏਗੀ ਮਾਈਨਸ, ਐਂਡ ਇਹ ਕੀ ਹੋ ਜਾਏਗੀ ਪਲੱਸ। ਇਜ਼ ਇਕੁਅਲਸ ਟੂ ਆ ਗਿਆ ਆਪਣੇ ਕੋਲੇ 0 ਦੇ। ਸੋ ਹੁਣ ਆਪਾਂ ਇਦਾਂ ਕਰਦੇ ਹਾਂ, ਇਕੁਅਲ ਟਰਮਸ ਨੂੰ ਆਪਾਂ ਅਲੱਗ ਤੋਂ ਕਰ ਲੈਂਦੇ ਹਾਂ। ਸੋ ਆਪਣੇ ਕੋਲੇ ਹੋ ਗਿਆ 2ap minus 2aq। ਇਹਨਾਂ ਦੇ ਵਿੱਚੋਂ ਆਪਣੇ ਕੋਲੇ ਕਾਮਨ ਕੀ ਨਿਕਲ ਰਿਹਾ? 2a ਦੋਨਾਂ ਦੇ ਵਿੱਚੋਂ ਕਾਮਨ ਨਿਕਲ ਰਿਹਾ ਇਸ ਟਰਮ ਤੇ ਇਸ ਚੋਂ। ਸੋ ਆਪਾਂ ਕਾਮਨ ਹੀ ਕੱਢ ਦਿੰਦੇ ਹਾਂ, ਇਹ ਬਣ ਜਾਏਗਾ ਆਪਣੇ ਕੋਲੇ 2a, ਵਿੱਚ ਰਹਿ ਗਿਆ p minus q। ਸੋ ਹੁਣ ਆਪਣੀ ਕੋਲੇ ਇੱਕ ਆਹ ਸਕੁਅਰ ਵਾਲੀਆਂ ਟਰਮਸ ਦੇਖੋ ਧਿਆਨ ਨਾਲ। ਸਕੁਅਰ ਵਾਲੀਆਂ ਟਰਮਸ ਦੇ ਵਿੱਚ ਵੀ d ਕਾਮਨ ਨਿਕਲ ਰਿਹਾ ਤਾਂ ਵਿੱਚ ਕੀ ਰਹਿ ਜਾਏਗਾ p² minus q², ਬਾਹਰ ਆ ਗਿਆ ਆਪਣੇ ਕੋਲੇ d। ਓਕੇ, ਐਂਡ ਲਾਸਟ ਆਪਣੀ ਕੋਲੇ ਇਹਨਾਂ ਦੋਨਾਂ ਦੇ ਵਿੱਚ ਰਹਿ ਗਿਆ ਆਪਣੇ ਕੋਲੇ p minus q ਐਂਡ ਬਾਹਰ ਆ ਗਿਆ d is equals to 0। ਸੋ ਹੁਣ ਦੇਖੋ ਜੀ, ਆਪਾਂ ਇਸ ਨੂੰ ਕਿੱਦਾਂ ਲਿਖ ਸਕਦੇ ਹਾਂ? p² minus q² ਨੂੰ p minus q p plus q। ਸੋ ਆਪਣੇ ਕੋਲੇ ਇਹ ਹੋ ਜਾਏਗਾ 2a p minus q plus, ਇਸ ਨੂੰ ਆਪਾਂ ਹੁਣ ਖੋਲ ਕੇ ਲਿਖਦੇ ਹਾਂ p minus q ਤੇ ਇੱਕ ਵਾਰ p plus q d minus p minus q into d। ਸੋ ਹੁਣ ਆਪਣੇ ਕੋਲੇ ਸਾਰੇ ਦੇ ਵਿੱਚ p minus q ਬਣਿਆ ਪਿਆ, ਧਿਆਨ ਨਾਲ ਦੇਖੋ, ਇਸ ਵੀ ਹੈਗਾ ਇਸ ਵੀ ਹੈਗਾ। ਸੋ ਸਾਰੇ ਤੋਂ ਨਿਕਲ ਕੇ ਦੂਸਰੇ ਦੇ ਨੀਚੇ ਚਲਾ ਜਾਏਗਾ, 0 ਹੋ ਜਾਏਗਾ। ਸੋ ਰਹਿ ਜਾਏਗਾ ਆਪਣੇ ਕੋਲੇ 2a plus p plus q d minus d, ਬਿਕੋਜ਼ ਆਪਣੇ ਕੋਲੇ ਬਾਹਰ ਕੀ ਨਿਕਲਿਆ ਸੀਗਾ ਇੱਥੋਂ p minus q ਆਪਾਂ ਕਾਮਨ ਕੱਢ ਲਿਆ ਸੀਗਾ ਸਾਰੀ ਟਰਮਸ ਦੇ ਵਿੱਚ। ਠੀਕ ਹੈ, ਸੋ ਇਹ ਤਾਂ ਉਹਦੇ ਨੀਚੇ ਜਾ ਕੇ 0 ਹੀ ਹੋ ਜਾਏਗਾ, ਇਸ ਨੂੰ ਤਾਂ ਆਪਾਂ ਕੱਢ ਹੀ ਦਿੰਨੇ ਆ। ਸੋ ਆਪਣੀ ਕੋਲੇ ਰਹਿ ਗਿਆ ਬਾਕੀ 2a plus, ਹੁਣ ਇਹਨਾਂ ਦੋਨੋਂ ਟਰਮਸ ਦੇ ਵਿੱਚੋਂ d ਕਾਮਨ ਕੱਢ ਕੇ ਸੋ ਬਾਕੀ ਕੀ ਰਹਿ ਜਾਏਗਾ p plus q minus 1, ਬਾਹਰ ਆਪਾਂ d ਕੱਢਤਾ is equals to 0। ਸੋ ਆਪਣੀ ਕੋਲੇ p plus q minus 1 into d is equals to ਆ ਗਿਆ, ਆਹ 2a ਉਧਰ ਚਲਾ ਗਿਆ minus 2a। ਸੋ ਆਪਣੇ ਕੋਲੇ d ਦੀ ਵੈਲਿਊ ਬਣਾ ਲਈ ਇੱਥੋਂ ਆਪਾਂ, d ਦੀ ਵੈਲਿਊ ਬਣ ਗਈ minus 2a upon p plus q minus 1। ਇਹ ਆਪਣੀ ਕੋਲੇ d ਦੀ ਵੈਲਿਊ ਹੋ ਗਈ। ਠੀਕ ਹੈ, ਸੋ ਇਹ d ਦੀ ਵੈਲਿਊ ਆਪਾਂ ਇੱਥੇ ਪੁੱਟ ਕਰ ਦਿੰਨੇ ਆ ਐਂਡ ਆਪਣਾ ਆਨਸਰ ਆ ਜਾਏਗਾ। ਓਕੇ, ਸੋ ਆਪਣੇ ਕੋਲੇ p plus q upon 2
2a प्लस p प्लस q माइनस 1। हाँ जी, तो d की जगह ते आपां की लिख सकते हैं माइनस 2a अपॉन p प्लस q माइनस 1। सो माइनस 2a अपॉन p प्लस q माइनस 1। सो हुण देखो आ वाली टर्म ते आ वाली टर्म बिल्कुल सेम है, सीधियां चलियां जाणगियां, विच की रह जाएगा p प्लस q अपॉन 2a माइनस 2a। सो सारी टर्म अपने को की हो जाएगी 0। सो अपने को सम ऑफ p प्लस q टर्म्स आ जाएगा 0, अपना रिक्वायर्ड आंसर। ठीक है। सो नेक्स्ट क्वेश्चन अपन गिवन है द रेशियो ऑफ सम्स ऑफ m and n terms of AP is m square रेशियो n square। सो अपन ਨੂੰ रेशियो ਦਿੱਤੀ ਹੋਈ ਹੈ, ਫਸਟਲੀ ਆਪਾਂ ਲਿਖ ਲਈਏ ਕੀ ਦਿੱਤਾ ਹੋਇਆ sm रेशियो sn कितनी ਦਿੱਤੀ ਹੋਈ ਹੈ m square upon n square। ठीक है, यही चीज गिवन है। शो दैट mth टर्म एंड nth टर्म इज दिस वन। सो ਆਪਾਂ टू प्रूव की करना अपनी ਕੋਲੇ ਜਿਹੜੀ nth टर्म होगी अपॉन nth टर्म होगी ਉਹਨਾਂ ਦੀ रेशियो कितनी होएगी 2m minus 1 upon 2n minus 1। ठीक है। सो ਹੁਣ ਆਪਾਂ mth ਤੇ nth ਟਰਮ ਨੂੰ ਕਿੱਦਾਂ ਲਿਖ ਸਕਦੇ ਹਾਂ mth ਤੇ nth ਟਰਮ ਨੂੰ ਆਪਾਂ ਇਹ ਵੀ ਲਿਖ ਸਕਦੇ ਹਾਂ ਨਾ am over an। ਇਸ ਦਾ ਵੀ ਉਹੀ ਮਤਲਬ ਹੋਇਆ। ਸੋ ਆਪਾਂ ਇਹ 2 ਪ੍ਰੂਵ ਕਰਨਾ। ਠੀਕ ਹੈ। ਸੋ ਆਪਾਂ ਸਟਾਰਟ ਕਰਦੇ ਹਾਂ ਸਾਨੂੰ ਇੱਥੋਂ ਜੋ ਚੀਜ਼ ਆਪਾਂ ਨੂੰ ਗਿਵਨ ਹੈ। ਸੋ sm ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ ਫਾਰਮੂਲਾ। सो फॉर्मूला सी अपने को m अपॉन 2a प्लस m माइनस 1 इंटू डी। यही फॉर्मूला सम दा अपॉन की लिखिए n अपॉन 2a प्लस n माइनस 1 इंटू डी इज इक्वल्स टू m स्क्वायर अपॉन n स्क्वायर। ठीक है। सो ओके 2 ਨਾਲ 2 चला जाएगा सिंपली एंड एक m नाल उधरला एक m चला जाएगा, इथों एक n नाल उधरला एक n चला जाएगा। सो अपने को रिमेनिंग की रह गया 2a प्लस m माइनस 1 इंटू डी अपॉन 2a प्लस n माइनस 1 इंटू डी किसके इक्वल्स टू आ गया m अपॉन n। ठीक है। याद रखियो कोई भी जना इथों d ना कट दे 2a ना 2a इदा नहीं कटे जाते होंगे है ना, पता ही अपन। सो ये अपने को हुण अपने को बिल्कुल सेम क्वेश्चन बन गया जो आप पिछले वीडियो लैक्चर भी किया सीगा, जिहदे विच आपां इत्थे किहा सीगा भी तुहानूं मैं क्वेश्चन पाया सी 18th टर्म कैलकुलेट करने वाला। तो उस च आपां की करदे सीगे 18 इंटू 2 माइनस 1 याद होना सारिਆਂ दे। पहला उसका डबल करते सी, जिहड़ी टर्म कटनी हुंदी सी -1 n की वैल्यू पुट करते सीगे। सो इत्थे आपां की करांगे इसका डबल करांगे पहला। सो हुण आपां करांगे पुटिंग m इज इक्वल्स टू 2m माइनस 1 एंड n नूं की पुट करांगे 2n माइनस 1। ठीक है। सो अपने को वैल्यू बन जाएगी 2a प्लस हाँ जी तो m की जगह ते की लिखना आपां हुण 2m माइनस 1 2m माइनस 1 फिर अपने को आएगा -1 इंटू डी अपॉन 2a प्लस 2n माइनस 1 इंटू आ गया अपने को d इज इक्वल टू m की जगह ते की लिख रहे हैं आपां 2m माइनस 1 अपॉन 2n माइनस 1। ठीक है। सो हुण आपां इहदे विच अपना अगे सॉल्व करते हैं। सो इत्थों अपने को आ जाएगा, प्लीज ध्यान नाल देखियो, सॉल्व करते हैं इसनों अगे 2a प्लस 2m माइनस 2 इंटू डी अपॉन 2a प्लस 2n माइनस 2 इंटू डी इज इक्वल टू 2m माइनस 1 अपॉन 2n माइनस 1। ओके। सो सारे दे विच अपने कोले 2 कॉमन निकल रहा, ऊपरों भी एंड नीचों भी। सो इथों 2 कॉमन निकल गया, विच की रह जाएगा a प्लस m माइनस 1 इंटू डी। ओके। एंड विच नीचे की रह जाएगा a प्लस n माइनस 1 इंटू डी। ओके इज इक्वल टू 2m माइनस 1 2n माइनस 1। ओके 2 नाल तो 2 चला गया एंड हुण इस नूं ध्यान नाल देखो, इस नूं आपां की लिख सकते हैं
nth ਟਰਮ ਦੀ ਵੈਲਿਊ ਬਣੀ ਪਈ ਹੈ ਨਾ, ਸੋ ਇਸ ਨੂੰ ਆਪਾਂ ਇਦਾਂ ਲਿਖ ਸਕਦੇ ਹਾਂ am ਅਪੋਨ ਇਸ ਨੂੰ ਕੀ ਲਿਖ ਸਕਦੇ ਹਾਂ an is equals to 2m minus 1 upon 2n minus 1। ਸੋ ਇਹੀ ਤਾਂ ਚੀਜ਼ ਆਪਾਂ ਸ਼ੋ ਕਰਨੀ ਸੀ ਟੂ ਪ੍ਰੂਵ। ਕਲੀਅਰ। ਸੋ ਥਰਡ ਕੁਐਸਚਨ ਗਿਵਨ ਹੈ if sum of n terms of AP is 3n square plus 5n, ਤਾਂ n terms ਦਾ sum ਕੀ ਦਿੱਤਾ ਹੋਇਆ ਇਹ ਵਾਲਾ, ਸੋ ਆਪਾਂ ਇਸ ਨੂੰ ਲਿਖ ਸਕਦੇ ਹਾਂ Sn is equals to 3n square plus 5n। ਇਹੀ ਚੀਜ਼ ਗਿਵਨ ਹੈ ਐਂਡ ਇੱਕ ਚੀਜ਼ ਹੋਰ ਦਿੱਤੀ ਹੋਈ ਹੈ its mth term is 164 ਐਂਡ ਇਸ ਨੂੰ ਆਪਾਂ ਲਿਖ ਸਕਦੇ ਹਾਂ am ਆਪਾਂ ਨੂੰ ਦਿੱਤਾ ਹੋਇਆ 164। ਆਪਾਂ m ਦੀ ਵੈਲਿਊ ਕੈਲਕੂਲੇਟ ਕਰਨੀ ਹੈ, ਸੋ ਪਹਿਲਾਂ ਆਪਾਂ ਇਸ ਨੂੰ ਸੋਲਵ ਕਰਦੇ ਹਾਂ। ਕਿੱਦਾਂ ਲਿਖ ਸਕਦੇ ਸੀ ਇਸ ਨੂੰ n upon 2 Sn ਦਾ ਫਾਰਮੂਲਾ ਖੋਲ ਰਿਹਾ ਮੈਂ 2a plus n minus 1 into d ਕਿਸ ਦੇ ਇਕੁਅਲ ਟੂ ਹੈ 3n square plus 5n। ਸੋ ਇੱਕ ਚੀਜ਼ ਯਾਦ ਰੱਖਿਓ, ਜਦੋਂ ਵੀ ਆਪਾਂ ਨੂੰ ਇਦਾਂ ਦੇ ਸਮ ਮਿਲ ਜਾਣ ਤਾਂ ਆਪਾਂ ਹਮੇਸ਼ਾ ਕੰਪੇਅਰਿੰਗ ਕਰਕੇ ਵੈਲਿਊਜ਼ ਕੱਢਦੇ ਹਾਂ, ਠੀਕ ਹੈ। ਸੋ ਆਪਾਂ ਇੱਥੇ ਵੀ ਕੰਪੇਅਰਿੰਗ ਕਰਾਂਗੇ ਤਾਂ ਪਹਿਲਾਂ ਆਪਣੀ ਕੋਲੇ ਹੋ ਜਾਏਗਾ n upon 2 2a, ਇਹਨਾਂ ਨੂੰ ਅੰਦਰ ਮਲਟੀਪਲਾਈ ਕਰ ਦਈਏ nd minus d is equals to 3n square plus 5n। ਓਕੇ, ਸੋ ਹੁਣ ਆਪਾਂ n by 2 ਨੂੰ ਵੀ ਅੰਦਰ ਮਲਟੀਪਲਾਈ ਕਰਦੇ ਹਾਂ ਤਾਂ ਪਹਿਲੀ ਟਰਮ ਆਪਣੀ ਕੋਲੇ ਹੋ ਜਾਏਗੀ na ਬਿਕੋਜ਼ 2 ਨਾਲ 2 ਕੱਟਿਆ ਜਾਏਗਾ ਐਂਡ ਅਗਲੀ ਟਰਮ ਆਪਣੀ ਕੋਲੇ ਹੋ ਜਾਏਗੀ n square upon 2 into d ਐਂਡ ਉਸ ਤੋਂ ਨੈਕਸਟ ਟਰਮ ਹੋ ਜਾਏਗੀ nd upon 2 is equals to 3n square plus 5n। ਸੋ ਹੁਣ ਆਪਾਂ n ਸਕੁਅਰ ਵਾਲੀਆਂ ਟਰਮਸ ਅਲੱਗ ਕਰ ਲੈਣੇ ਆ ਐਂਡ n ਵਾਲੀਆਂ ਅਲੱਗ, ਸੋ ਇਹ ਹੋ ਜਾਏਗਾ ਆਪਣੀ ਕੋਲੇ na ਇਹ ਵਾਲੀ ਟਰਮ ਹੋਗੀ ਮਾਈਨਸ nd upon 2 plus n square upon 2 into d is equals to 3n square plus 5n। ਸੋ ਹੁਣ ਇਹਨਾਂ ਦੇ ਵਿੱਚੋਂ n ਕਾਮਨ ਕੱਢ ਦਈਏ, ਜੇ n ਕਾਮਨ ਕੱਢਤਾ ਕੀ ਰਹਿ ਜਾਏਗਾ a minus d upon 2 ਇੱਥੇ n plus d upon 2 ਬਾਹਰ ਆਪਣੇ ਕੋਲ ਆ ਗਿਆ n square, ਠੀਕ ਹੈ, is equals to 3n square plus 5n। ਸੋ ਹੁਣ ਆਪਾਂ ਕੰਪੇਅਰਿੰਗ ਕਰਾਂਗੇ। ਓਕੇ, ਕੰਪੇਅਰਿੰਗ, ਸੋ ਕੰਪੇਅਰਿੰਗ ਕਰਕੇ ਜੋ ਆਪਾਂ n square ਦੇ ਕੋਐਫੀਸ਼ੀਐਂਟਸ ਨੂੰ ਕੰਪੇਅਰ ਕਰਦੇ ਹਾਂ ਪਹਿਲਾਂ n square ਦਾ, ਸੋ ਆਪਣੇ ਕੋਲ ਇਹ ਆ ਜਾਏਗਾ d upon 2 is equals to ਆ ਜਾਏਗਾ 3 ਦੇ, ਬਿਕੋਜ਼ ਇੱਧਰ n square ਦਾ ਕੋਐਫੀਸ਼ੀਐਂਟ ਕੀ ਹੈ d upon 2 ਐਂਡ ਉਧਰ ਕੀ ਹੈ 3। ਸੋ ਆਪਣੇ ਕੋਲੇ d ਦੀ ਵੈਲਿਊ ਕਿੰਨੀ ਬਣ ਗਈ ਇੱਥੋਂ 6। ਕਲੀਅਰ ਹੈ। ਐਂਡ ਜਿਹੜੀ ਆਪਣੀ ਦੂਸਰੀ ਵੈਲਿਊ ਸੀ n square ਦੇ, ਜੇਕਰ ਆਪਾਂ ਕੋਐਫੀਸ਼ੀਐਂਟਸ ਨੂੰ ਕੰਪੇਅਰ ਕਰੀਏ n ਦੇ ਓਨਲੀ n ਦੇ, ਤਾਂ ਇਹ ਕੀ ਹੋ ਜਾਏਗਾ a minus d upon 2 is equals to ਉਧਰ n ਦਾ ਕੋਐਫੀਸ਼ੀਐਂਟ ਕੀ ਹੈ ਓਨਲੀ 5। ਓਕੇ, ਸੋ ਹੁਣ ਆਪਾਂ ਇੱਥੇ a is equals to d ਦੀ ਵੈਲਿਊ ਪੁੱਟ ਕਰ ਦਿੰਦੇ ਹਾਂ 6 upon 2 is equals to 5, ਇਹ ਆ ਗਿਆ ਆਪਣੇ ਕੋਲੇ 3, ਸੋ a ਦੀ ਵੈਲਿਊ ਆ ਗਈ ਆਪਣੇ ਕੋਲੇ 8। ਠੀਕ ਹੈ, ਹੁਣ ਆਪਾਂ ਦੋਨੋਂ ਵੈਲਿਊਜ਼ ਇੱਥੇ ਜਾ ਕੇ ਪੁੱਟ ਕਰ ਦਿੰਨੇ ਆ ਐਂਡ ਆਪਣਾ ਆਨਸਰ ਆ ਜਾਏਗਾ। ਸੋ am ਨੂੰ ਕਿੱਦਾਂ ਲਿਖ ਸਕਦੇ ਆ a plus m minus 1 into d is equals to 164। ਸੋ a ਦੀ ਵੈਲਿਊ ਕਿੰਨੀ ਸੀ 8 plus m minus 1 into d ਦੀ ਵੈਲਿਊ ਕਿੰਨੀ ਸੀ 6 is equals to 164। ਓਕੇ, ਸੋ m minus 1 6 8 उधर जाके माइनस हो जाएगा, कितना रह जाएगा ये रह जाएगा अपने को 156। ओके, सो हुन अपने को ये बन जाएगा m - 1 is equals to 156 upon 6। सो जो आप इसनु डिवाइड करांगे ये आ जाएगा 156 upon 6, ये हो जाएगा 26। ओके, सो अपने को m - 1 is equals to आ गया 26 ਤੇ m ਦੀ ਵੈਲਿਊ ਕਿੰਨੀ ਆ ਜਾਏਗੀ 27। क्लियर, ये अपना रिक्वायर्ड आंसर रहेगा। सो अपने को नेक्स्ट क्वेश्चन गिवन है इफ a raised to power n plus b raised to power n upon a raised to power n minus 1 plus b raised to power n minus 1 is am of a and b, find n। सो ਆਪਾਂ n ਦੀ ਵੈਲਿਊ ਕੈਲਕੂਲੇਟ ਕਰਨੀ ਹੈ ਤਾਂ am ਵਰਡ ਦਾ ਮਤਲਬ ਤੁਸੀਂ ਸਮਝ ਗਏ ਹੋਵੋਗੇ, ਆਪਾਂ ਬਿਲਕੁਲ ਫਸਟ ਡੇ ਕੀਤਾ ਸੀਗਾ ਕੀ ਸੀ ਇਸ ਦਾ ਮਤਲਬ ਅਰਥਮੈਟਿਕ ਮੀਨ। ਠੀਕ ਹੈ, ਬਿਲਕੁਲ ਫਸਟ ਡੇ ਕੀਤਾ ਸੀ ਜਿਹਦੇ ਬੇਸਿਕ ਕਰ ਰਹੇ ਸੀ ਅਰਥਮੈਟਿਕ ਮੀਨ। ਸੋ ਜਿਵੇਂ ਕਿ ਆਪਾਂ ਕੀਤਾ ਸੀ ਵੀ ਦੋ ਨੰਬਰਸ ਦਾ ਅਰਥਮੈਟਿਕ ਮੀਨ ਕੀ ਹੁੰਦਾ ਹੈ,
ਜਿਵੇਂ a plus b ਦਾ ਅਰਥਮੈਟਿਕ ਮੀਨ ਕੀ ਹੋਊਗਾ a plus b ਡਿਵਾਈਡ ਬਾਈ 2 ਠੀਕ ਹੈ। ਸੋ ਹੁਣ ਆਪਾਂ ਨੂੰ ਇੱਕ ਅਰਥਮੈਟਿਕ ਮੀਨ ਇਹ ਦਿੱਤਾ ਹੋਇਆ, ਇੱਕ ਆਪਾਂ ਫਾਰਮੂਲੇ ਦੇ ਅਕੋਰਡਿੰਗ ਇਹ ਕਹਿ ਰਹੇ ਹਾਂ ਵੀ ਇਹ ਵੀ ਅਰਥਮੈਟਿਕ ਮੀਨ ਆ। ਸੋ ਦੋਨਾਂ ਨੂੰ ਆਪਾਂ ਇਕੁਅਲ ਰੱਖ ਸਕਦੇ ਹਾਂ ਬਿਕੋਜ਼ ਇਹ ਵੀ ਅਰਥਮੈਟਿਕ ਮੀਨ ਹੀ ਹੈ ਐਂਡ ਇਹ ਵੀ ਅਰਥਮੈਟਿਕ ਮੀਨ ਹੀ ਹੈ। ਸੋ ਆਪਾਂ ਲਿਖ ਸਕਦੇ ਹਾਂ a raised to power n plus b raised to power n upon a raised to power n minus 1 plus b raised to power n minus 1 is equals to a plus b upon 2। ਸੋ ਹੁਣ ਆਪਾਂ ਕ੍ਰਾਸ ਮਲਟੀਪਲਾਈ ਕਰ ਦਿੰਨੇ ਇਹਨਾਂ ਦੀ ਤਾਂ ਆਪਣੇ ਕੋਲੇ ਆ ਜਾਏਗਾ 2a raised to power n plus 2b raised to power n is equals to a plus b into a raised to power n minus 1 plus b raised to power n minus 1। ਸੋ ਹੁਣ ਆਪਾਂ ਇਸ ਨੂੰ ਕਿੱਦਾਂ ਲਿਖ ਸਕਦੇ ਹਾਂ, ਆਪਾਂ ਪਹਿਲਾਂ a ਨੂੰ ਸਾਰੀ ਟਰਮ ਨਾਲ ਮਲਟੀਪਲਾਈ ਕਰਾਂਗੇ ਇਸ ਨਾਲ, ਫਿਰ b ਨੂੰ ਸਾਰੀ ਦੇ ਨਾਲ ਕਰਾਂਗੇ। ਸੋ ਆਪਣੇ ਕੋਲੇ ਆ ਜਾਏਗਾ 2b raised to power n is equals to, ਹਾਂਜੀ ਤਾਂ ਪਹਿਲਾਂ ਆਪਾਂ a ਨੂੰ ਮਲਟੀਪਲਾਈ ਕਰਦੇ ਹਾਂ ਇਸ ਨਾਲ ਪਹਿਲੀ ਨਾਲ। ਸੋ ਆਪਾਂ ਸਾਈਡ ਤੇ ਮਲਟੀਪਲਾਈ ਕਰਕੇ ਦੇਖਦੇ ਹਾਂ। ਦੇਖੋ a ਦੀ ਪਾਵਰ n ਜਦੋਂ ਮਲਟੀਪਲਾਈ ਹੋਏਗੀ a raised to power n minus 1 ਨਾਲ ਤਾਂ ਆਪਣੇ ਕੋਲੇ ਬੇਸ ਸੇਮ ਹੈ, ਪਾਵਰਸ ਕੀ ਹੋ ਜਾਣਗੀਆਂ ਐਡ। ਸੋ 1 n minus 1 ਆ ਤਾਂ ਚਲੇ ਜਾਣਗੇ। ਸੋ ਆਨਸਰ ਕਿੰਨਾ ਆ ਜਾਏਗਾ a raised to power n। ਸੋ ਆਪਾਂ ਇਸ ਨੂੰ ਮਲਟੀਪਲਾਈ ਕਰਕੇ ਲਿਖ ਸਕਦੇ ਹਾਂ a raised to power n ਐਂਡ ਜਦੋਂ ਇਹ ਇਸ ਨਾਲ ਮਲਟੀਪਲਾਈ ਹੋਏਗੀ ਤਾਂ ਕੀ ਆਏਗਾ ਪਲੱਸ a b n minus 1। ਸੋ ਹੁਣ ਆਪਾਂ b ਨੂੰ ਮਲਟੀਪਲਾਈ ਕਰਦੇ ਹਾਂ, b ਨੂੰ ਪਹਿਲਾਂ ਇਸ ਨਾਲ ਕੀਤਾ ਤਾਂ ਕੀ ਆ ਜਾਏਗਾ b a raised to power n minus 1 ਐਂਡ ਜਦੋਂ b ਨੂੰ ਆਪਾਂ ਇਸ ਨਾਲ ਕਰਾਂਗੇ ਤਾਂ ਫਿਰ ਉਹੀ ਚੀਜ਼ ਬਣ ਰਹੀ ਹੈ ਜੋ ਆਪਾਂ ਇੱਥੇ ਕੀਤੀ ਸੀ, ਤਾਂ ਇਸ ਦਾ ਆਨਸਰ ਕਿੰਨਾ ਆ ਜਾਏਗਾ b raised to power n। ਠੀਕ ਹੈ ਓਕੇ। ਸੋ ਹੁਣ ਆਪਾਂ ਇਦਾਂ ਕਰਦੇ ਆ, ਜਿਹੜੇ a ਦੀ ਪਾਵਰ n ਵਾਲੇ ਆ ਜਾਂ b ਦੀ ਪਾਵਰ n ਵਾਲੇ ਆ ਉਹਨਾਂ ਨੂੰ a ਸਾਈਡ ਲਿਆਉਣੇ ਆ ਤਾਂ ਜੋ ਇਹਨਾਂ ਚੋਂ ਮਾਈਨਸ ਹੋ ਜਾਣ। ਸੋ 2a raised to power n ਆ ਇਧਰ ਆ ਕੇ ਮਾਈਨਸ ਹੋ ਗਿਆ a raised to power n plus 2b raised to power n ਆ ਇਧਰ ਆ ਕੇ ਮਾਈਨਸ ਹੋ ਗਿਆ only b raised to power n ਐਂਡ ਇੱਥੇ ਬਚ ਗਿਆ ਆਪਣੀ ਕੋਲੇ a b ਦੀ ਪਾਵਰ n minus 1 plus b a ਦੀ ਪਾਵਰ n minus 1। ਠੀਕ ਹੈ। ਸੋ ਹੁਣ ਇਹਨਾਂ ਦੀ ਤਾਂ ਮਾਈਨਸ ਹੋ ਰਹੀ ਹੈ ਦੇਖੋ, ਤਾਂ ਇਹ ਆਪਣੇ ਕੋਲੇ ਬਚ ਜਾਏਗਾ a ਦੀ ਪਾਵਰ n plus b ਦੀ ਪਾਵਰ n is equals to a b ਦੀ ਪਾਵਰ n minus 1 plus b a ਦੀ ਪਾਵਰ n minus 1। ਠੀਕ ਹੈ। ਸੋ ਹੁਣ ਆਪਾਂ ਕੀ ਕਰ ਸਕਦੇ ਹਾਂ, ਹੁਣ ਆਪਾਂ ਇਦਾਂ ਕਰਦੇ ਹਾਂ ਸੇਮ ਪਾਵਰਸ ਵਾਲਿਆਂ ਨੂੰ ਇੱਕ ਪਾਸੇ ਕਰ ਲੈਂਦੇ ਹਾਂ। ਤਾਂ ਆਪਣੇ ਕੋਲੇ ਇੱਥੇ a ਦੀ ਪਾਵਰ n ਦਿੱਤੀ ਹੋਈ ਹੈ ਤਾਂ ਆਪਾਂ a ਦੀ ਪਾਵਰ ਵਾਲਾ ਇੱਧਰ ਚੱਕ ਲਿਆਉਣੇ ਆ, a ਦੀ ਪਾਵਰ n minus b a ਦੀ ਪਾਵਰ n minus 1 is equals to, ਇਸ ਨੂੰ ਉੱਥੇ ਲਿਖਿਆ a b ਦੀ ਪਾਵਰ n minus 1 ਐਂਡ ਇੱਥੋਂ b ਦੀ ਪਾਵਰ n ਨੂੰ ਦੂਸਰੀ ਸਾਈਡ ਲੈ ਜਾਂਦੇ ਆ। ਸੋ ਇੱਥੇ ਆ ਗਿਆ b ਦੀ ਪਾਵਰ n। ਸੋ ਹੁਣ ਆਪਾਂ 9th ਕਲਾਸ ਵਿੱਚ ਇੱਕ ਚੀਜ਼ ਕਰਦੇ ਹੁੰਦੇ ਸੀ ਵੀ ਆਪਾਂ ਜਿਹੜੀ ਸਮੋਲੈਸਟ ਪਾਵਰ ਆ ਉਸ ਨੂੰ ਕਾਮਨ ਕੱਢ ਲੈਂਦੇ ਸੀ। ਸੋ ਇੱਥੇ ਸਮੋਲੈਸਟ ਪਾਵਰ ਕੀ ਬਣ ਰਹੀ ਹੈ ਇਹਨਾਂ ਦੋਨਾਂ ਚੋਂ, ਆਬਵੀਅਸਲੀ n minus 1। ਸੋ n minus 1 ਨੂੰ ਕਾਮਨ ਕੱਢਦੇ ਆ ਦੈਨ ਆਪਣੀ ਕੋਲ ਇਹ ਆ ਜਾਏਗਾ a n minus 1 ਤਾਂ ਅੰਦਰ ਕੀ ਰਹਿ ਜਾਏਗਾ, ਜਦੋਂ ਇੱਥੋਂ n minus 1 ਨਿਕਲ ਗਿਆ ਤਾਂ ਆਬਵੀਅਸਲੀ ਇੱਥੇ ਕੀ ਰਹਿ ਜਾਏਗਾ ਓਨਲੀ a ਰਹਿ ਜਾਏਗਾ। ਸੋ ਇੱਥੇ ਰਹਿ ਗਿਆ ਓਨਲੀ a ਐਂਡ ਇੱਥੇ ਕੀ ਰਹਿ ਗਿਆ, ਆ ਸਾਰੀ ਚੀਜ਼ ਨਿਕਲ ਗਈ, ਇੱਥੇ ਰਹਿ ਗਿਆ b। ਸੋ a minus b is equals to, ਇੱਥੋਂ ਆਪਾਂ ਕੀ ਕਾਮਨ ਕੱਢਾਂਗੇ b raised to power n minus 1 b raised to power n minus 1। ਸੋ ਅੰਦਰ ਇੱਥੇ ਵੀ ਕੀ ਰਹਿ ਜਾਏਗਾ a minus b a minus b। ਹੁਣ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਹੋਣਾ ਵੀ ਆਪਣੇ ਕੋਲੇ ਜਦੋਂ ਇੱਥੋਂ a raised to power n minus 1 ਨਿਕਲ ਗਿਆ ਤਾਂ ਇੱਥੇ a ਕਿਵੇਂ ਬਚਾ, ਤਾਂ ਤੁਸੀਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਦੇਖ ਲਿਓ, ਇਹੀ ਚੀਜ਼ ਬਣ ਜਾਏਗੀ। ਠੀਕ ਹੈ ਓਕੇ। ਸੋ ਹੁਣ ਆਹ ਤਾਂ ਦੋਨੋਂ ਕੱਟੇ ਜਾ ਰਹੇ ਆ ਤਾਂ ਆਪਣੇ ਕੋਲੇ ਬਚ ਜਾਏਗਾ a raised to power n minus 1 is equals to b raised to power n minus 1 ਐਂਡ ਜੇਕਰ ਆਪਾਂ ਇਸ ਨੂੰ ਨੀਚੇ ਲੈ ਆਈਏ ਇਹ ਬਣ ਜਾਏਗਾ a raised to power n minus 1 upon b raised to power n minus 1 is equals to 1। ਸੋ ਆਪਾਂ ਇੱਕ ਚੀਜ਼ ਕੀਤੀ ਸੀ ਵੀ ਜਦੋਂ ਆਪਾਂ ਕਿਸੇ ਵੀ ਚੀਜ਼ ਦੀ ਪਾਵਰ 0 ਹੋਵੇ ਤਾਂ ਉਸ ਦਾ ਆਨਸਰ ਕਿੰਨਾ ਆਉਂਦਾ 1। ਸੋ ਆਪਾਂ ਇਸ ਨੂੰ ਜੇਕਰ ਥੋੜਾ ਜਿਹਾ ਮੋਲਡ ਕਰਕੇ ਲਿਖ ਲਈਏ ਤਾਂ ਆਪਣਾ ਆਨਸਰ ਆ ਜਾਏਗਾ। ਤਾਂ ਪਹਿਲਾਂ ਆਪਾਂ a upon b ਇਸ ਦੀ ਹੋਲ ਪਾਵਰ ਹੋਗੀ ਇਹ n minus 1। ਠੀਕ ਹੈ ਐਂਡ ਆਪਾਂ ਇਸ 1 ਨੂੰ ਕੀ ਲਿਖ ਸਕਦੇ ਹਾਂ ਜਿਹੜਾ ਮੈਂ ਕਹਿ ਰਿਹਾ ਮੋਲਡ ਕਰਕੇ। ਸੋ ਇਸ 1 ਨੂੰ ਆਪਾਂ ਇਦਾਂ ਲਿਖ ਸਕਦੇ ਹਾਂ a upon b ਇਸ ਦੀ ਪਾਵਰ 0
ਆਨਸਰ ਤਾਂ 1 ਹੀ ਆਏਗਾ ਕਿਸੇ ਵੀ ਚੀਜ਼ ਦੀ ਪਾਵਰ 0 ਹੋਵੇ, ਬਟ ਆਪਾਂ ਹੁਣ ਕੰਪੇਅਰ ਕਰਨ ਜੋਗੇ ਹੋ ਗਏ। ਸੋ ਜਦੋਂ ਆਪਾਂ ਕੰਪੇਅਰ ਕਰਾਂਗੇ ਦੈਨ ਆਪਣੇ ਕੋਲੇ ਕੰਪੇਅਰ ਕਰਾਂਗੇ ਜਦੋਂ ਆਪਾਂ, ਸੋ ਆਪਣੇ ਕੋਲੇ n-1 ਇਜ਼ ਇਕੁਅਲ ਟੂ ਆ ਜਾਏਗਾ 0 ਦੇ, n-1 ਇਜ਼ ਇਕੁਅਲ ਟੂ 0। ਸੋ n ਦੀ ਵੈਲਿਊ ਇੱਥੋਂ ਕਿੰਨੀ ਆ ਜਾਏਗੀ 1। ਇਹ ਆਪਣਾ ਰਿਕੁਆਇਰਡ ਆਨਸਰ ਰਹੇਗਾ। ਠੀਕ ਹੈ, ਸੋ ਆਪਾਂ ਕੁਝ ਨਹੀਂ ਕੀਤਾ ਸਮ ਦੇ ਵਿੱਚ, ਇੱਕ ਇਹਨਾਂ ਨੇ ਅਰਥਮੈਟਿਕ ਮੀਨ ਆਪਾਂ ਨੂੰ ਦਿੱਤਾ ਹੋਇਆ ਸੀ, ਇੱਕ ਆਪਾਂ ਫਾਰਮੂਲੇ ਤੋਂ ਜਿਹੜਾ ਆਪਾਂ ਮੰਨਦੇ ਹੁੰਦੇ ਆ ਉਹ ਵਾਲਾ, ਦੋਨਾਂ ਨੂੰ ਇਕੁਅਲ ਰੱਖਿਆ, ਦੋਨਾਂ ਨੂੰ ਆਪਾਂ ਕੈਲਕੂਲੇਟ ਕਰਕੇ ਸੋਲਵ ਕੀਤਾ ਐਂਡ ਉਸ ਤੋਂ ਬਾਅਦ ਕੰਪੇਅਰਿੰਗ ਕੀਤੀ। ਬਸ ਇੱਕ ਸਟੈਪ ਇੱਥੇ ਕੀਤਾ ਵੀ 1 ਦੀ ਜਗ੍ਹਾ ਤੇ ਮੈਂ ਇੱਥੇ ਇੱਕ ਵੈਲਿਊ ਪੁੱਟ ਕੀਤੀ ਹੈ ਐਂਡ ਇਸ ਤਰੀਕੇ ਆਪਣਾ n ਦੀ ਵੈਲਿਊ ਕਿੰਨੀ ਆ ਗਈ 1। ਠੀਕ ਹੈ, ਐਂਡ ਆਪਣਾ ਅੱਜ ਦਾ ਹੋਮਵਰਕ ਰਹੇਗਾ ਇਹ 4 ਕੁਐਸਚਨਸ। ਇਹਨਾਂ ਚਾਰੇ ਕੁਐਸਚਨਸ ਨੂੰ ਆਪਾਂ ਕੀਤਾ ਹੋਇਆ, ਇਹਨਾਂ ਦੀਆਂ ਟਾਈਪਸ ਨੂੰ ਕੀਤਾ ਹੋਇਆ। ਤੁਸੀਂ ਇਹਨਾਂ ਨੂੰ ਸੋਲਵ ਕਰਕੇ ਮੈਨੂੰ WhatsApp ਕਰ ਦੇਣੇ ਆਪਣੇ ਆਨਸਰ। ਸੋ ਗੁੱਡ ਬਾਏ ਸਟੂਡੈਂਟਸ, ਹੈਵ ਅ ਨਾਈਸ ਡੇ।